ਪੰਜਾਬ ਦੇ ਵਿੱਚ ਜਦੋਂ ਅੱਤਵਾਦ ਦਾ ਦੌਰ ਸੀ ਤਾਂ ਉਸ ਸਮੇਂ ਪੁਲਿਸ ਅਫਸਰਾਂ ਨੇ ਤਰੱਕੀਆਂ ਲੈਣ ਦੇ ਲਈ ਝੂਠੇ ਪੁਲਿਸ ਮੁਕਾਬਲੇ ਬਣਾਏ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ 1994 ਦਾ। ਕੇਸ ਹੈ ਕੀ ਅਸਲ ਦੇ ਵਿੱਚ? 1994 ਦੇ ਵਿੱਚ ਜਦੋਂ ਪਰਮਰਾਜ ਸਿੰਘ ਉਮਰਾਨੰਗਲ ਐਸਪੀਡੀ ਰੋਪੜ ਪੋਸਟਡ ਸੀ, ਸੋ ਉਸ ਵੇਲੇ ਇੱਕ ਇਨਕਾਊਂਟਰ ਹੋਇਆ ਜਿਹੜਾ ਬੜਾ ਨਿਊਜ਼ ਦੇ ਵਿੱਚ ਆਇਆ ਕਿ ਗੁਰਨਾਮ ਸਿੰਘ ਬੰਡਾਲਾ ਨਾਂ ਦਾ ਇੱਕ ਟੈਰਰਿਸਟ ਮਾਰਿਆ ਗਿਆ। ਕਈ ਸਾਲਾਂ ਦੇ ਬਾਅਦ ਗੁਰਨਾਮ ਸਿੰਘ ਬੰਡਾਲਾ ਜਦੋਂ ਜਿਉਂਦਾ ਫੜਿਆ ਗਿਆ, ਸੋ ਉਦੋਂ ਨਾ ਤਾਂ ਇਸ ਚੀਜ਼ ਦੀ ਕੋਈ ਤਫਤੀਸ਼ ਕੀਤੀ ਗਈ ਕਿ ਹਾਊ ਇਜ਼ ਇਟ ਪੋਸੀਬਲ ਕਿ ਜਿਹੜਾ ਬੰਦਾ ਮਾਰਿਆ ਸੀ ਉਹ ਜਿਉਂਦਾ ਆ ਗਿਆ। ਕਿ ਜੀ ਸੁਖਪਾਲ ਸਿੰਘ ਨਾਂ ਦਾ ਸਾਡਾ ਫੈਮਿਲੀ ਮੈਂਬਰ ਸੀ ਜਿਹਨੂੰ ਗੁਰਦਾਸਪੁਰ ਤੋਂ ਪਿੰਡ ਕਾਲਾ ਅਫਗਾਨਾ ਸੀ ਉੱਥੋਂ ਚੁੱਕਿਆ ਹੈ ਔਰ ਮਾਰਿਆ ਗਿਆ। ਉਹਨੂੰ ਅਵਤਾਰ ਸਿੰਘ ਤਾਰੀ ਨਾਂ ਦਾ ਬੰਦਾ ਸੀ ਜਿਹੜਾ ਚੁੱਕ ਕੇ ਲੈ ਕੇ ਆਇਆ, ਉਹਦੇ ਨਾਲ ਹੋਰ 3 ਜਣੇ ਸੀ ਔਰ ਉਹਨਾਂ ਨੇ ਚੁੱਕ ਕੇ ਇੱਥੇ ਐਨਕਾਊਂਟਰ ਕੀਤਾ ਗਿਆ। ਬਾਅਦ ਸਾਨੂੰ ਪਤਾ ਲੱਗਿਆ, ਫਿਰ ਅਸੀਂ ਕੰਪਲੇਂਟਸ ਦਿੱਤੀਆਂ ਪੁਲਿਸ ਨੂੰ, ਉਸ ਤੋਂ ਬਾਅਦ ਵੀ ਕੋਈ ਤਫਤੀਸ਼ ਨਹੀਂ ਹੋਈ ਇਸ ਚੀਜ਼ ਦੀ। ਲੇਕਿਨ ਐਸਆਈਟੀ ਨੇ ਕਿਹਾ ਹੈ ਕਿ ਪਿਛਲੀ ਐਸਆਈਟੀ ਨੇ ਅਵਤਾਰ ਸਿੰਘ ਤਾਰੀ ਦਾ ਕੋਈ ਰੋਲ ਨਾ ਪਾਉਂਦਿਆਂ ਹੋਇਆ ਉਹਨੂੰ ਡਿਸਚਾਰਜ ਕਰਵਾਇਆ ਸੀ ਕੋਰਟ 'ਚੋਂ। ਪਰ ਇਸ ਐਸਆਈਟੀ ਨੂੰ ਅਵਤਾਰ ਸਿੰਘ ਤਾਰੀ ਦਾ ਸਭ ਤੋਂ ਕ੍ਰੂਸ਼ੀਅਲ ਰੋਲ ਲੱਗਿਆ, ਜਿਹਦੀ ਉਹ ਕਸਟੋਡੀਅਲ ਇੰਟਰੋਗੇਸ਼ਨ ਮੰਗ ਰਹੇ ਆ ਪਰ ਉਹ ਕਰ ਨਹੀਂ ਪਾ ਰਹੇ ਬਿਕੋਜ਼ ਅਵਤਾਰ ਸਿੰਘ ਤਾਰੀ ਭਗੌੜਾ। ਤਾਰੀ ਫੜਿਆ ਜਾਂਦਾ ਤਾਂ ਕਾਫੀ ਖੁਲਾਸੇ ਹੋ ਸਕਦੇ ਨੇ, ਰਿਕਵਰ ਹੋ ਸਕਦਾ ਉਹ ਤਾਂ ਐਸਆਈਟੀ ਦੱਸ ਸਕਦੀ ਹੈ ਜੀ ਕੀ ਕੁਝ ਹੋਊਗਾ। ਬਿਕੋਜ਼ ਚੁੱਕਣ ਵਾਲਿਆਂ ਦੇ ਵਿੱਚ ਜਿਹੜਾ ਚੁੱਕਣ ਵਾਲੀ ਟੀਮ ਨੂੰ ਸਮਝੋ ਲੈ ਕੇ ਗਿਆ ਅਵਤਾਰ ਤਾਰੀ ਲੈ ਕੇ ਗਿਆ, ਜਿਨ੍ਹਾਂ ਨੇ ਸੁਖਪਾਲ ਸਿੰਘ ਨੂੰ ਚੁੱਕਿਆ ਘਰੋਂ ਦੇ ਇਲੀਗਲੀ ਬਿਨਾਂ ਕਿਸੇ ਪਰਚੇ ਤੋਂ, ਉਹ ਤਾਂ ਅਵਤਾਰ ਸਿੰਘ ਤਾਰੀ ਸੀ। ਸੋ ਅਬਡਕਸ਼ਨ ਦੇ ਵਿੱਚ ਤਾਂ ਇਹਦੀ ਰਿਸਪੌਂਸਿਬਿਲਿਟੀ ਹੁਣ ਉਹ ਡਿਟੇਲ ਤਾਂ ਜਦੋਂ ਤਾਰੀ ਫੜਿਆ ਜਾਊਗਾ। ਗੁਰਨਾਮ ਸਿੰਘ ਬੰਡਾਲਾ ਸੀ ਉਸ ਸਮੇਂ ਉਹਨਾਂ ਦੇ ਉੱਪਰ ਕੋਈ ਇਨਾਮ ਰੱਖਿਆ ਹੋਇਆ ਸੀ ਜਾਂ ਫਿਰ ਪੁਲਿਸ ਅਫਸਰਾਂ ਦੇ ਲਈ ਵੀ ਇਹ ਵੀ ਹੈਗਾ ਸੀ ਵੀ ਜੇਕਰ ਉਹਨੂੰ ਕੋਈ ਜਿਉਂਦਾ ਫੜਦਾ ਜਾਂ ਕੋਈ ਐਨਕਾਊਂਟਰ ਕਰਦਾ ਉਹਨੂੰ ਤਰੱਕੀ ਦਿੱਤੀ ਹੈ? ਦੇਖੋ ਇਹੋ ਜਿਹਾ ਕੁਝ ਸੀ, ਨੀਲਾ ਤਾਰਾ ਨਾਂ ਦਿੱਤਾ ਹੋਇਆ ਸੀ ਔਰ ਬੜਾ ਇੱਕ ਖਤਰਨਾਕ ਕ੍ਰਿਮੀਨਲ ਉਹਨੂੰ ਮੰਨਦੇ, ਖਤਰਨਾਕ ਟੈਰਰਿਸਟ ਮੰਨਦੇ ਸੀ। ਇਨਾਮ ਵੀ ਸੀ ਉਹਦੇ ਉੱਤੇ, ਡੈਫੀਨਿਟਲੀ ਸੀ। ਹੁਣ ਉਹ ਇਨਾਮ ਕਿਹਨੂੰ ਮਿਲਿਆ ਹੈ, ਕਿਹਨੂੰ ਮੈਡਲ ਮਿਲਿਆ, ਉਹ ਚੀਜ਼ਾਂ ਦੀ ਡਿਟੇਲਸ ਤਾਂ ਹੁਣੇ ਤਫਤੀਸ਼ ਦੇ ਵਿੱਚ ਕੱਢਣਗੇ ਨਾ। ਪੰਜਾਬ ਦੇ ਵਿੱਚ ਜਦੋਂ ਅੱਤਵਾਦ ਦਾ ਦੌਰ ਸੀ ਤਾਂ ਉਸ ਸਮੇਂ ਪੁਲਿਸ ਅਫਸਰਾਂ ਨੇ ਤਰੱਕੀਆਂ ਲੈਣ ਦੇ ਲਈ ਝੂਠੇ ਪੁਲਿਸ ਮੁਕਾਬਲੇ ਬਣਾਏ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ 1994 ਦਾ, ਜਿਸ ਦੇ ਵਿੱਚ ਗੁਰਨਾਮ ਸਿੰਘ ਬੰਡਾਲਾ ਦਾ ਝੂਠਾ ਐਨਕਾਊਂਟਰ ਬਣਾਇਆ ਗਿਆ। ਹਾਲਾਂਕਿ ਕਿਸੇ ਹੋਰ ਵਿਅਕਤੀ ਨੂੰ ਸੁਖਪਾਲ ਸਿੰਘ ਦਾ ਐਨਕਾਊਂਟਰ ਕਰ ਦਿੱਤਾ ਗਿਆ। ਸਾਡੇ ਨਾਲ ਸੀਨੀਅਰ ਵਕੀਲ ਨੇ ਪ੍ਰਦੀਪ ਸਿੰਘ ਬਿਰਕ, ਹੁਣ ਇਹ ਕੇਸ ਕੱਢ ਕੇ ਲੈ ਕੇ ਆਏ ਨੇ। ਹਾਈ ਕੋਰਟ ਦੇ ਵਿੱਚ ਇਹ ਕੇਸ ਲੱਗ ਚੁੱਕਿਆ ਪਰਮਰਾਜ ਉਮਰਾਨੰਗਲ ਦੇ ਖਿਲਾਫ। ਗੱਲਬਾਤ ਕਰਦੇ ਹਾਂ। ਬਿਰਕ ਸਾਹਿਬ, ਸਭ ਤੋਂ ਪਹਿਲਾਂ ਕੇਸ ਦੀ ਥੋੜੀ ਡਿਟੇਲ ਦੱਸ ਦਿਓ ਵੀ ਕੇਸ ਹੈ ਕੀ ਅਸਲ ਦੇ ਵਿੱਚ? ਕੇਸ ਇਹ ਸੀ ਜੀ 1994 ਦੇ ਵਿੱਚ ਜਦੋਂ ਪਰਮਰਾਜ ਸਿੰਘ ਉਮਰਾਨੰਗਲ ਐਸਪੀਡੀ ਰੋਪੜ ਪੋਸਟਡ ਸੀ, ਸੋ ਉਸ ਵੇਲੇ ਇੱਕ ਇਨਕਾਊਂਟਰ ਹੋਇਆ ਜਿਹੜਾ ਬੜਾ ਨਿਊਜ਼ ਦੇ ਵਿੱਚ ਆਇਆ ਕਿ ਗੁਰਨਾਮ ਸਿੰਘ ਬੰਡਾਲਾ ਨਾਂ ਦਾ ਇੱਕ ਟੈਰਰਿਸਟ ਮਾਰਿਆ ਗਿਆ। ਸੋ ਕਈ ਸਾਲਾਂ ਦੇ ਬਾਅਦ ਗੁਰਨਾਮ ਸਿੰਘ ਬੰਡਾਲਾ ਜਦੋਂ ਜਿਉਂਦਾ ਫੜਿਆ ਗਿਆ, ਸੋ ਉਦੋਂ ਨਾ ਤਾਂ ਇਸ ਚੀਜ਼ ਦੀ ਕੋਈ ਤਫਤੀਸ਼ ਕੀਤੀ ਗਈ ਕਿ ਹਾਊ ਇਜ਼ ਇਟ ਪੋਸੀਬਲ ਕਿ ਜਿਹੜਾ ਬੰਦਾ ਮਾਰਿਆ ਸੀ ਉਹ ਜਿਉਂਦਾ ਆ ਗਿਆ, ਨਾ ਉਸ ਚੀਜ਼ ਦੇ ਉੱਤੇ ਕਿਤੇ ਕੋਈ FIR ਹੋਈ, ਕੁਝ ਹੋਰ ਹੋਇਆ। ਹੁਣ ਇੰਨੇ ਸਾਲਾਂ ਤੋਂ ਬਾਅਦ ਮਤਲਬ ਇੱਕ ਫੈਮਿਲੀ ਫਾਈਨਲੀ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਜੀ ਸੁਖਪਾਲ ਸਿੰਘ ਨਾਂ ਦਾ ਸਾਡਾ ਫੈਮਿਲੀ ਮੈਂਬਰ ਸੀ ਜਿਹਨੂੰ ਗੁਰਦਾਸਪੁਰ ਤੋਂ ਪਿੰਡ ਕਾਲਾ ਅਫਗਾਨਾ ਸੀ ਉੱਥੋਂ ਚੁੱਕਿਆ ਹੈ ਔਰ ਮਾਰਿਆ ਗਿਆ। ਉਹਨੂੰ ਅਵਤਾਰ ਸਿੰਘ ਤਾਰੀ ਨਾਂ ਦਾ ਬੰਦਾ ਸੀ ਜਿਹੜਾ ਚੁੱਕ ਕੇ ਲੈ ਕੇ ਆਇਆ, ਉਹਦੇ ਨਾਲ ਹੋਰ 3 ਜਣੇ ਸੀ ਔਰ ਉਹਨਾਂ ਨੇ ਚੁੱਕ ਕੇ ਇੱਥੇ ਐਨਕਾਊਂਟਰ ਕੀਤਾ ਗਿਆ। ਬਾਅਦ ਸਾਨੂੰ ਪਤਾ ਲੱਗਿਆ, ਫਿਰ ਅਸੀਂ ਕੰਪਲੇਂਟਸ ਦਿੱਤੀਆਂ ਪੁਲਿਸ ਨੂੰ, ਉਸ ਤੋਂ ਬਾਅਦ ਵੀ ਕੋਈ ਤਫਤੀਸ਼ ਨਹੀਂ ਹੋਈ ਇਸ ਚੀਜ਼ ਦੀ। ਕਾਫੀ ਜ਼ੋਰ ਉਸ ਚੀਜ਼ 'ਤੇ ਲਾਇਆ। ਇਹਨਾਂ ਨੇ ਐਕਚੁਅਲੀ ਮੈਨੂੰ ਕਰਨਲ ਸੰਧੂ ਹੈਗੇ ਜਿਹੜੇ NGO ਰਨ ਕਰਦੇ, ਉਹਨਾਂ ਦੇ ਥਰੂ ਅਪਰੋਚ ਕੀਤਾ ਸੀ। ਸੋ ਜਦੋਂ ਫਾਈਨਲੀ ਪੁਲਿਸ ਨੇ ਵੀ ਕੁਝ ਨਹੀਂ ਕੀਤਾ ਔਰ ਕੋਈ ਇਨਕੁਆਇਰੀ ਨਹੀਂ ਹੋਈ ਉਸ ਚੀਜ਼ ਦੇ ਉੱਤੇ, ਸੋ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਗਏ। ਜਦੋਂ ਹਾਈ ਕੋਰਟ ਗਏ 2013 ਦੇ ਵਿੱਚ, ਸੋ ਸੁਮੇਧ ਸਿੰਘ ਸੈਣੀ ਕਿਉਂਕਿ DGP ਸੀ, ਅਸੀਂ CBI ਤੋਂ ਇਨਵੈਸਟੀਗੇਸ਼ਨ ਮੰਗੀ ਕਿ ਜੀ ਪਰਮਰਾਜ ਉਮਰਾਨੰਗਲ ਦੇ ਖਿਲਾਫ ਕਦੇ ਕੋਈ ਇਨਵੈਸਟੀਗੇਸ਼ਨ ਕਰਕੇ ਰਾਜ਼ੀ ਨਹੀਂ, ਕਿਸੇ ਨੇ ਉਹਦਾ ਰੋਲ ਨਹੀਂ ਹਾਈਲਾਈਟ ਕਰਨਾ ਔਰ ਇੱਥੇ ਤੱਕ ਇਨੋਸੈਂਟ ਬੰਦੇ ਨੂੰ ਮਾਰਿਆ ਗਿਆ, ਸਾਰੇ ਪੁਲਿਸ ਵਾਲਿਆਂ ਦੇ ਖਿਲਾਫ ਐਕਸ਼ਨ ਹੋਵੇ। ਸੋ ਸੁਮੇਧ ਸੈਣੀ DGP ਸੀ ਔਰ ਇਹ ਆਫਿਸਰ ਉਹਦਾ ਚਹੇਤਾ ਸੀ, ਸੋ ਉਹਨੇ CBI ਕੋਲ ਕੇਸ ਜਾਣ ਤੋਂ ਰੋਕਣ ਦੇ ਲਈ ਇੱਕ SIT ਕਨਸਟੀਟਿਊਟ ਕਰਵਾਤੀ। ਹੁਣ ਉਹ SIT ਦੇ 3 ਮੈਂਬਰ ਸੀ, ਮਿਸਟਰ ਇਕਬਾਲਪ੍ਰੀਤ ਸਹੋਤਾ, ਬਲਕਾਰ ਸਿੱਧੂ ਐਂਡ ਜੈਸਵਾਲ। ਹੁਣ RK ਜੈਸਵਾਲ ਵਾਸ DIG ਰੋਪੜ ਜਿਨ੍ਹਾਂ ਕੋਲ ਇਨਕੁਆਇਰੀ ਸੀ। ਜੇ DIG ਰੋਪੜ ਹੁੰਦੇ ਉਹਨਾਂ ਨੂੰ ਕੋਈ ਐਵੀਡੈਂਸ ਨਹੀਂ ਮਿਲੀ ਤੇ SIT ਦੇ ਮੈਂਬਰ ਬਣ ਕੇ ਉਹਨਾਂ ਨੂੰ ਐਵੀਡੈਂਸ ਕਿੱਥੋਂ ਮਿਲ ਜਾਣੀ ਸੀ? ਹੁਣ ਉਸ SIT ਨੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਉਮਰਾਨੰਗਲ ਦਾ, ਇੱਥੇ ਤੱਕ ਕਿ ਅਵਤਾਰ ਸਿੰਘ ਤਾਰੀ ਦਾ ਵੀ ਕੋਈ ਰੋਲ ਨਹੀਂ ਲੱਗਿਆ। ਫਾਈਨਲੀ ਆਨਰੇਬਲ ਹਾਈ ਕੋਰਟ ਨੇ ਔਰ ਉਸ SIT ਨੇ ਤਰੀਕ ਤੋਂ 1 ਦਿਨ ਪਹਿਲਾਂ ਇੱਕ ਰეკਮੈਂਡੇਸ਼ਨ ਦੇਤੀ ਕਿ ਜੀ ਇੱਕ ਪਰਚਾ ਕਰ ਦਿਓ ਐਬਡਕਸ਼ਨ ਦਾ। ਕਿਹਨੇ ਚੁੱਕਿਆ ਪਤਾ ਨਹੀਂ, ਗੁਰਦਾਸਪੁਰ ਦੇ ਵਿੱਚ ਸੁਖਪਾਲ ਸਿੰਘ ਦੀ ਐਬਡਕਸ਼ਨ ਦਾ ਪਰਚਾ ਕਰਵਾਤਾ।
ਫਿਰ ਆਨਰੇਬਲ ਹਾਈ ਕੋਰਟ ਨੇ 2019 ਦੇ ਵਿੱਚ ਜਾ ਕੇ ਫਾਈਨਲੀ ਇੱਕ ਐਸਆਈਟੀ ਬਣਾਈ ਵਿਚ ਵਾਸ ਹੈਡਡ ਬਾਈ ਮਿਸਟਰ ਸਿਧਾਰਥ ਚਟੋਪਾਧਿਆਏ। ਉਹਨਾਂ ਦੇ ਨਾਲ ਮਿਸ ਗੁਰਪ੍ਰੀਤ ਦਿਓ ਐਂਡ ਮਿਸਟਰ ਬੀ ਚੰਦਰਸ਼ੇਖਰ ਇਹਨਾਂ ਨੂੰ ਲਾਇਆ ਗਿਆ। ਸੋ 18 ਮਾਰਚ 2020 ਨੂੰ ਪਹਿਲੀ ਸਟੇਟਸ ਰਿਪੋਰਟ ਇਸ ਕੇਸ 'ਚ ਫਾਈਲ ਹੋਈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਪਿਛਲੀ ਐਸਆਈਟੀ ਨੇ ਕਿਹਾ ਸੀ ਉਹਦੇ ਉਲਟ ਸਾਡੀ ਫਾਈਂਡਿੰਗ ਇਹ, ਮਤਲਬ ਉਹ ਐਸਆਈਟੀ ਦਾ ਕਹਿਣਾ ਸੀ ਇਹ ਹੈ ਕਿ ਜਿਹੜੀ ਐਬਡਕਸ਼ਨ ਹੈ ਸੁਖਪਾਲ ਸਿੰਘ ਦੀ ਔਰ ਰੋਪੜ ਦੇ ਵਿੱਚ ਬੰਡਾਲਾ ਦਾ ਫੇਕ ਐਨਕਾਊਂਟਰ, ਇਹ ਇੰਟ੍ਰੀਕੇਟਲੀ ਲਿੰਕਡ ਨੇ, ਇੰਟ੍ਰੀਕੇਟਲੀ ਕਨੈਕਟਡ ਨੇ, ਮਤਲਬ ਬੜੀ ਕਲੋਜ਼ਲੀ ਔਰ ਬੜੀ ਗੂੜੀ ਇਹਨਾਂ ਦੀ ਵਿੱਚ ਲਿੰਕ ਸਾਨੂੰ ਲੱਭ ਰਿਹਾ ਹੈ। ਉਹ ਤਫਤੀਸ਼ ਤੋਂ ਬਾਅਦ ਹੁਣ ਦੂਜੀ ਸਟੇਟਸ ਰਿਪੋਰਟ 19 ਮਈ 2022 ਨੂੰ ਫਾਈਲ ਹੋਈ ਹੈ। ਮਿਸਟਰ ਚਟੋਪਾਧਿਆਏ ਹੁਣ ਰਿਟਾਇਰ ਹੋ ਚੁੱਕੇ ਹੈ, ਸੋ ਨਵਾਂ ਚੇਅਰਪਰਸਨ ਅਪਾਇੰਟ ਹੋਣਾ ਇਸ ਕੇਸ ਦੇ ਵਿੱਚ। ਲੇਕਿਨ ਐਸਆਈਟੀ ਨੇ ਇਹ ਕਿਹਾ ਹੈ ਕਿ ਪਿਛਲੀ ਐਸਆਈਟੀ ਨੇ ਅਵਤਾਰ ਸਿੰਘ ਤਾਰੀ ਦਾ ਕੋਈ ਰੋਲ ਨਾ ਪਾਉਂਦਿਆਂ ਹੋਇਆ ਉਹਨੂੰ ਡਿਸਚਾਰਜ ਕਰਵਾਇਆ ਸੀ ਕੋਰਟ 'ਚੋਂ, ਪਰ ਇਸ ਐਸਆਈਟੀ ਨੂੰ ਅਵਤਾਰ ਸਿੰਘ ਤਾਰੀ ਦਾ ਸਭ ਤੋਂ ਕ੍ਰੂਸ਼ੀਅਲ ਰੋਲ ਲੱਗਿਆ ਹੈ, ਜਿਹਦੀ ਉਹ ਕਸਟੋਡੀਅਲ ਇੰਟਰੋਗੇਸ਼ਨ ਮੰਗ ਰਹੇ ਆ ਪਰ ਉਹ ਕਰ ਨਹੀਂ ਪਾ ਰਹੇ ਬਿਕੋਜ਼ ਅਵਤਾਰ ਸਿੰਘ ਤਾਰੀ ਭਗੌੜਾ ਹੋ ਗਿਆ। ਕਿਤੇ ਭਾਜੀ ਦਾ ਅਵਤਾਰ ਸਿੰਘ ਤਾਰੀ? ਅਵਤਾਰ ਸਿੰਘ ਤਾਰੀ ਐਨਡੀਪੀਐਸ ਦੇ ਕੇਸ ਦੇ ਵਿੱਚ ਕਨਵਿਕਟ ਹੋਇਆ ਸੀ, ਜੇਲ੍ਹ ਦੇ ਵਿੱਚ ਸੀ, ਉਹਨੂੰ ਪੈਰੋਲ ਮਿਲੀ 41 ਡੇਜ਼ ਦੀ, ਫਿਰ ਉਹ ਪੈਰੋਲ ਐਕਸਟੈਂਡ ਹੁੰਦੀ ਰਹੀ ਔਰ ਫਾਈਨਲੀ ਉਹਨੇ ਸਪਟੈਂਬਰ 21 ਦੇ ਵਿੱਚ ਸਰੈਂਡਰ ਕਰਨਾ ਸੀ, ਜੋ ਉਹਨੇ ਨਹੀਂ ਕੀਤਾ। ਸੋ ਉਦੋਂ ਤੋਂ ਹੁਣ ਤੱਕ ਇਹ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਕਰ ਪਾਏ, ਉਸ ਕਰਕੇ ਹੁਣ ਇਨਵੈਸਟੀਗੇਸ਼ਨ ਵੀ ਪੈਂਡਿੰਗ ਹੈ। ਅਵਤਾਰ ਸਿੰਘ ਤਾਰੀ ਨੂੰ ਕਿਉਂ ਨਹੀਂ ਫੜ ਪਾ ਰਹੀ ਪੁਲਿਸ? ਵੀ ਪੁਲਿਸ ਅਫਸਰ ਫਸਦੇ ਨੇ ਪਰਮਰਾਜ ਉਮਰਾ ਨੰਗਲ ਤਾਂ ਨਹੀਂ ਫੜ ਪਾ ਰਹੀ? ਦੇਖੋ ਉਹ ਤਾਂ ਹੁਣ ਐਸਆਈਟੀ ਜਵਾਬ ਦੇ ਸਕਦੀ ਹੈ ਜੀ। ਮੈਂ ਤਫਤੀਸ਼ ਦੇ ਉੱਤੇ ਮੈਂ ਕਦੇ ਕਮੈਂਟ ਨਹੀਂ ਕਰਦਾ ਜੋ ਪੈਂਡਿੰਗ ਇਨਵੈਸਟੀਗੇਸ਼ਨ ਹੁੰਦੀ ਹੈ। ਉਹਦਾ ਕਾਰਨ ਇਹ ਹੁੰਦਾ ਨਾ ਮੇਰੇ ਕੋਲ ਡਿਟੇਲ ਹੈ ਨਾ ਕੋਈ ਰਿਕਾਰਡ ਕਹਿਣਾ, ਮੈਨੂੰ ਪਤਾ ਹੀ ਨਹੀਂ ਜਿਸ ਚੀਜ਼ ਬਾਰੇ। ਅਵਤਾਰ ਸਿੰਘ ਤਾਰੀ ਨੂੰ ਕਿਉਂ ਨਹੀਂ ਫੜਿਆ ਉਹ ਤਾਂ ਐਸਆਈਟੀ ਦੱਸ ਸਕਦੀ ਹੈ। ਹੁਣ ਤੁਸੀਂ ਕੋਰਟ ਦੇ ਵਿੱਚ ਕੇਸ ਲਾਇਆ, ਕੋਰਟ ਦੇ ਵਿੱਚ ਕੀ ਮੰਗ ਕੀਤੀ ਹੈ, ਕੀ ਰਿਕਵਰ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ? ਤੁਹਾਡੇ ਪਿਛਲੇ ਸਵਾਲ ਦਾ ਜਵਾਬ ਦੇ ਦੇਣਾ। ਆ ਤੁਸੀਂ ਦੇਖ ਲਓ, ਇਹਨਾਂ ਨੇ ਐਸਆਈਟੀ ਨੇ ਕਿਹਾ ਹੈ ਕਿ ਅਵਤਾਰ ਸਿੰਘ ਤਾਰੀ ਦਾ ਕ੍ਰੂਸ਼ੀਅਲ ਰੋਲ ਹੈ ਔਰ ਇੱਥੇ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਐਸਐਸਪੀ ਪਟਿਆਲਾ ਨੇ ਇਨਫੋਰਮ ਕੀਤਾ ਹੈ ਕਿ 41 ਡੇਜ਼ ਦੀ ਉਹਨੂੰ ਪੈਰੋਲ ਮਿਲੀ ਸੀ, 23 ਸਪਟੈਂਬਰ 21 ਤੱਕ ਐਕਸਟੈਂਡ ਹੁੰਦੀ ਰਹੀ, ਉਸ ਤੋਂ ਬਾਅਦ ਉਹਨੇ ਸਰੈਂਡਰ ਨਹੀਂ ਕੀਤਾ ਹੈ, ਪੈਰੋਲ ਜੰਪ ਕਰ ਚੁੱਕਿਆ ਹੈ, ਕਸਟੋਡੀਅਲ ਇੰਟਰੋਗੇਸ਼ਨ ਦੀ ਉਹਦੀ ਲੋੜ ਹੈ, ਐਫਰਟਸ ਆਰ ਬੀਇੰਗ ਮੇਡ ਟੂ ਅਰੈਸਟ। ਇਹ ਐਸਆਈਟੀ ਦਾ ਕਹਿਣਾ ਹੈ, ਆ ਡੇਟ ਪਾਈ ਹੋਈ ਹੈ ਸਾਈਨਡ। ਸੋ ਇਸ ਕਰਕੇ ਇਹਦੇ ਵਿੱਚ ਕੀ ਹੋ ਰਿਹਾ ਤਫਤੀਸ਼ ਦੇ ਵਿੱਚ ਜਾਂ ਕੀ ਹੈ, ਮੇਰੇ ਕੋਲ ਉਨੀਆਂ ਡਿਟੇਲਸ ਹੈ ਜਿੰਨੀਆਂ ਕੋਰਟ ਦੇ ਵਿੱਚ ਦਿੱਤੀਆਂ ਜਾ ਰਹੀਆਂ। ਸਾਡਾ ਤਾਂ ਇੰਨਾ ਹੀ ਗਰਾਊਜ਼ ਹੈ ਕਿ 2.5 ਸਾਲ ਹੋ ਗਏ ਅਜੇ ਤੱਕ ਇਨਵੈਸਟੀਗੇਸ਼ਨ ਕੰਕਲੂਡ ਨਹੀਂ ਹੋਈ। 25 ਸਾਲਾਂ ਬਾਅਦ ਤਾਂ ਤੁਸੀਂ ਦੇਖੋ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਇਸ ਕੇਸ ਦੀ। ਸੋ 25 ਸਾਲ ਬਾਅਦ ਤਫਤੀਸ਼ ਸ਼ੁਰੂ ਹੁੰਦੀ ਹੈ, 2.5 ਸਾਲਾਂ ਤੋਂ ਬਾਅਦ ਅਜੇ ਤੱਕ ਕੁਝ ਲੱਭਿਆ ਨਹੀਂ, ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ। ਇਹ ਤਾਂ ਫੜਿਆ ਹੀ ਨਹੀਂ ਗਿਆ, ਤਾਰੀ ਕਦੋਂ ਫੜਿਆ ਜਾਂਦਾ ਹੈ, ਕੀ ਇਨਵੈਸਟੀਗੇਟ ਹੋਣਾ, ਇੰਨੇ 'ਚ ਐਵੀਡੈਂਸ ਵੀ ਕਿੰਨੀ ਕੁ ਬਚਦੀ ਹੈ। ਆਈ ਮੀਨ ਐਸਆਈਟੀ ਦੇ ਤਾਂ ਹੁਣ ਮੈਂਬਰਸ ਵੀ, ਜੇ ਚੇਅਰਪਰਸਨ ਵੀ ਰਿਟਾਇਰ ਹੋ ਗਏ ਤਾਰੀ ਫੜਿਆ ਜਾਂਦਾ ਤਾਂ ਕਾਫੀ ਖੁਲਾਸੇ ਹੋ ਸਕਦੇ ਨੇ, ਰਿਕਵਰ ਹੋ ਸਕਦਾ ਉਹ ਤਾਂ ਐਸਆਈਟੀ ਦੱਸ ਸਕਦੀ ਹੈ ਜੀ ਕੀ ਕੁਝ ਹੋਊਗਾ। ਬਿਕੋਜ਼ ਚੁੱਕਣ ਵਾਲਿਆਂ ਦੇ ਵਿੱਚ ਜਿਹੜਾ ਚੁੱਕਣ ਵਾਲੀ ਟੀਮ ਨੂੰ ਸਮਝੋ ਲੈ ਕੇ ਗਿਆ, ਅਵਤਾਰ ਤਾਰੀ ਲੈ ਕੇ ਗਿਆ, ਜਿਨ੍ਹਾਂ ਨੇ ਸੁਖਪਾਲ ਸਿੰਘ ਨੂੰ ਚੁੱਕਿਆ ਘਰੋਂ ਦੇ ਇਲੀਗਲੀ ਬਿਨਾਂ ਕਿਸੇ ਪਰਚੇ ਤੋਂ, ਉਹ ਤਾਂ ਅਵਤਾਰ ਸਿੰਘ ਤਾਰੀ ਸੀ। ਸੋ ਅਬਡਕਸ਼ਨ ਦੇ ਵਿੱਚ ਤਾਂ ਇਹਦੀ ਰਿਸਪੌਂਸਿਬਿਲਿਟੀ, ਹੁਣ ਉਹ ਡਿਟੇਲ ਤਾਂ ਜਦੋਂ ਤਾਰੀ ਫੜਿਆ ਜਾਊਗਾ ਉਦੋਂ। ਗੁਰਨਾਮ ਸਿੰਘ ਬੰਡਾਲਾ ਸੀ ਉਸ ਸਮੇਂ, ਉਹਨਾਂ ਦੇ ਉੱਪਰ ਕੋਈ ਇਨਾਮ ਰੱਖਿਆ ਹੋਇਆ ਸੀ ਜਾਂ ਫਿਰ ਪੁਲਿਸ ਅਫਸਰਾਂ ਦੇ ਲਈ ਵੀ ਇਹ ਵੀ ਹੈਗਾ ਸੀ ਵੀ ਜੇਕਰ ਉਹਨੂੰ ਕੋਈ ਜਿਉਂਦਾ ਫੜਦਾ ਜਾਂ ਕੋਈ ਐਨਕਾਊਂਟਰ ਕਰਦਾ ਉਹਨੂੰ ਤਰੱਕੀ ਦਿੱਤੀ ਜਾਊ? ਦੇਖੋ ਇਹੋ ਜਿਹਾ ਸੀ ਕੁਝ ਸੀ, ਨੀਲਾ ਤਾਰਾ ਨਾਂ ਦਿੱਤਾ ਹੋਇਆ ਸੀ ਔਰ ਬੜਾ ਇੱਕ ਖਤਰਨਾਕ ਕ੍ਰਿਮੀਨਲ ਉਹਨੂੰ ਮੰਨਦੇ, ਖਤਰਨਾਕ ਟੈਰਰਿਸਟ ਮੰਨਦੇ ਸੀ, ਇਨਾਮ ਵੀ ਸੀ ਉਹਦੇ ਉੱਤੇ, ਡੈਫੀਨਿਟਲੀ ਸੀ। ਹੁਣ ਉਹ ਇਨਾਮ ਕਿਹਨੂੰ ਮਿਲਿਆ ਹੈ, ਕਿਹਨੂੰ ਮੈਡਲ ਮਿਲਿਆ ਹੈ, ਉਹ ਚੀਜ਼ਾਂ ਦੀ ਡਿਟੇਲਸ ਤਾਂ ਹੁਣੇ ਤਫਤੀਸ਼ ਦੇ ਵਿੱਚ ਕੱਢਣਗੇ ਨਾ। ਕਿਉਂਕਿ ਸਿੰਪਲ ਜੀ ਗੱਲ ਹੈ, ਮੰਨ ਲਓ ਕਿਸੇ ਨੂੰ ਰਿਵਾਰਡ ਵੀ ਮਿਲਿਆ ਹੈ, ਜਦੋਂ ਗੁਰਨਾਮ ਸਿੰਘ ਬੰਡਾਲਾ 4 ਸਾਲਾਂ ਬਾਅਦ ਜਿਉਂਦਾ ਨਿਕਲਿਆ ਆ, ਤੇ ਸਰਕਾਰ ਨੂੰ ਤਾਂ ਆਪ ਇਨਕੁਆਇਰੀ ਆਰਡਰ ਕਰ ਦੇਣੀ ਚਾਹੀਦੀ ਸੀ ਕਿ ਜੀ ਇਹ ਜਿਉਂਦਾ ਬੰਦਾ ਸਾਹਮਣੇ ਆ ਗਿਆ ਹੈ, ਇਹ ਕਿਵੇਂ ਹੋ ਗਿਆ। ਲੇਕਿਨ ਉਹਨਾਂ ਨੇ ਉਸ ਚੀਜ਼ ਨੂੰ ਕੁਝ ਕਰਨ ਦੀ ਜਗ੍ਹਾ, ਇੱਥੇ ਤੱਕ ਕਿ ਉਮਰਾ ਨੰਗਲ ਜਾਂ ਉਹਦੀ ਟੀਮ ਵਾਲੇ ਵੀ ਜਿਹੜੇ ਅਫਸਰ ਸੀ, ਉਹਨਾਂ ਨੇ ਵੀ ਕਿਤੇ ਨਹੀਂ ਆ ਗੱਲ ਆਖੀ ਕਿ ਜੀ ਇਸ ਚੀਜ਼ ਦੀ ਤਫਤੀਸ਼ ਕੀਤੀ ਜਾਵੇ ਕਿ ਕਿਹੜਾ ਬੰਦਾ ਮਾਰਿਆ ਗਿਆ ਸੀ, ਆਇਡੈਂਟੀਫਾਈ ਕੀਤਾ ਜਾਵੇ। ਮੰਨ ਲਓ ਤੁਸੀਂ ਐਕਚੁਅਲੀ ਕੋਈ ਜੈਨੂਇਨ ਐਨਕਾਊਂਟਰ ਕੀਤਾ ਹੈ ਤੇ ਤੁਸੀਂ ਉਹਦੀ ਆਇਡੈਂਟੀਟੀ ਨਹੀਂ ਐਸਟੈਬਲਿਸ਼ ਕਰੋਗੇ। ਇਹਨਾਂ ਦਾ ਕਹਿਣਾ ਸੀ ਕਿ ਜੀ ਉਹ ਤਾਂ ਉਹਦੀ ਜੇਬ 'ਚੋਂ ਪਰਚੀ ਮਿਲੀ ਜਿਹਦੇ ਤੇ ਲਿਖਿਆ ਸੀ ਗੁਰਨਾਮ ਸਿੰਘ ਬੰਡਾਲਾ, ਸੋ ਅਸੀਂ ਪ੍ਰਜ਼ਿਊਮ ਕਰ ਲਿਆ ਗੁਰਨਾਮ ਸਿੰਘ ਬੰਡਾਲਾ। ਪਰਚੀ ਤਾਂ ਅਕਸਰ ਕੋਈ ਜੇਬ 'ਚ ਤਾਂ ਰੱਖਦਾ ਨਹੀਂ, ਜਾਂ ਤਾਂ ਕੋਈ ਆਇਡੈਂਟੀ ਕਾਰਡ ਹੋਊ ਜਾਂ ਵੋਟਰ ਕਾਰਡ ਰੱਖਦਾ ਹੁੰਦਾ। ਬਿਲਕੁਲ ਠੀਕ ਗੱਲ ਹੈ, ਪਰਚੀ ਤਾਂ ਜਿਹਨੂੰ ਮਿਲਣ ਜਾਣਾ ਉਹਦੀ ਹੋਣੀ ਚਾਹੀਦੀ ਹੈ। ਸੋ ਹੁਣ ਜੇ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਇੰਨਾ ਵੀ ਨਹੀਂ ਪਤਾ ਕਿ ਪਰਚੀ ਕਿਹਦੀ ਹੁੰਦੀ ਹੈ ਤਾਂ ਫਿਰ ਅੱਗੇ ਕੀ ਕਹੀਏ। ਓਬਵੀਅਸ ਹੀ ਗੱਲ ਹੈ, ਇਹ ਪਲਾਨਡ ਸੀ। ਔਰ ਫੇਕ ਐਨਕਾਊਂਟਰ ਜਿਹੜਾ ਹੁੰਦਾ ਹੈ ਤਾਂ ਦੇਖੋ ਇਟ ਇਜ਼ ਵਰਸ ਦੈਨ ਮਰਡਰ, ਕਿਉਂਕਿ ਤੁਸੀਂ ਕਿਸੇ ਬੰਦੇ ਨੂੰ ਮਾਰ ਕੇ ਉਹਦੇ ਤੇ ਐਵੀਡੈਂਸ ਪਲਾਂਟ ਕਰਦੇ ਹੋ। ਪਰਿਵਾਰ ਨੇ ਜਿਹੜੇ ਸੁਖਪਾਲ ਸਿੰਘ ਦਾ ਪਰਿਵਾਰ ਆ, ਉਹਨੇ ਸਰਕਾਰਾਂ ਤੱਕ ਵੀ ਪਹੁੰਚ ਕੀਤੀ। 1994 ਦਾ ਮਾਮਲਾ, ਕਿਸ ਪਾਰਟੀ ਦੀ ਸਰਕਾਰ ਸੀ? ਦੇਖੋ ਪਾਰਟੀ ਦੀ ਸਰਕਾਰ ਦੀ ਗੱਲ ਨਹੀਂ ਹੁੰਦੀ, ਸਰਕਾਰਾਂ ਤਾਂ ਬਹੁਤ ਆਈਆਂ ਔਰ ਗਈਆਂ, ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਤੱਕ। ਦੇਖੋ ਕਾਨੂੰਨ ਇਹ ਕਹਿੰਦਾ ਹੈ ਕਿ ਐਫਆਈਆਰ ਰਜਿਸਟਰ ਕਰਕੇ ਤਫਤੀਸ਼ ਕਰੋ,
FIR ਵੀ ਕੋਰਟ ਦੇ ਆਰਡਰਸ ਤੇ ਤਫਤੀਸ਼ ਹੋਣੀ ਸ਼ੁਰੂ ਹੋਈ, ਨਾ ਕੋਰਟ ਦੇ ਵਿੱਚ ਅਸੀਂ ਆਉਂਦੇ ਤੇ FIR ਵੀ ਨਹੀਂ ਹੋਣੀ ਸੀ। ਇਹ ਸਰਕਾਰ ਦਾ ਰੋਲ ਨਹੀਂ, ਇਹ ਤਾਂ ਆਫੀਸਰਸ ਉਹਨੂੰ ਬਚਾ ਰਹੇ ਹੈ, ਉਹਦੇ ਨਾਲ ਦੇ ਸਾਰੇ। ਤੁਸੀਂ ਪੰਜਾਬ ਪੁਲਿਸ ਦਾ ਜਿਹੜਾ ਅੱਜ ਦੀ ਘੜੀ ਦਾ ਹਾਲ ਹੈ ਉਹ ਕਿਉਂ ਖਰਾਬ ਹੈ? ਕਿਉਂਕਿ ਇਹਨਾਂ ਦਾ ਬੜਾ ਸਿੰਪਲ ਪ੍ਰਿੰਸੀਪਲ ਹੈ ਕਿ ਨਾ ਤਾਂ ਆਪਣੇ ਅਫਸਰਾਂ ਦੇ ਖਿਲਾਫ FIR ਕਰੋ, ਕੰਪਲੇਂਟ ਆਈ ਉਹ ਕਦੇ ਪਬਲਿਕ ਨੂੰ ਪਤਾ ਨਹੀਂ ਲੱਗਣੀ ਕਿ ਕੰਪਲੇਂਟ ਆਈ ਹੈ, ਉਹਦੇ ਉੱਤੇ ਸੀਨੀਅਰ ਅਫਸਰਾਂ ਨੇ ਜੀ ਇਨਕੁਆਇਰੀ ਕਰਕੇ ਬੰਦ ਕਰਤੀ। ਅੱਛਾ, ਉਹ ਇਨਕੁਆਇਰੀ 'ਚ ਕੀ ਹੈ? ਉਹ RTI 'ਚ ਲੈ ਲਓ, ਨਾ ਅਸੀਂ RTI 'ਚ ਜਵਾਬ ਦਈਏ, ਪਹਿਲਾਂ ਫਰਸਟ ਐਪੀਲੇਟ ਅਥਾਰਟੀ ਕੋਲ ਚਲੇ ਜਾਓ, ਫਿਰ ਸਟੇਟ ਕਮਿਸ਼ਨ ਕੋਲ ਚਲੇ ਜਾਓ, ਧੱਕੇ ਖਾਈ ਜਾਓ, ਫਿਰ ਕੋਰਟ ਦੇ ਵਿੱਚ ਉਹ ਰਿਪੋਰਟ ਚੈਲੰਜ ਕਰੀ ਜਾਓ ਜੇ ਮਿਲਦੀ ਹੈ ਪੂਰੀ। ਧੱਕੇ ਖਾਓ, ਅਸੀਂ ਤਾਂ ਨਾ ਪਰਚਾ ਕੱਟੀਏ ਆਪਣੇ ਅਫਸਰਾਂ ਦੇ ਖਿਲਾਫ ਤਾਂ ਕਿ ਨਾ ਕਿਤੇ ਰਿਕਾਰਡ ਉਹਦੇ ਖਿਲਾਫ ਆਵੇ, ਨਾ ਉਹਦੀ ਕਦੇ ਪਰਫਾਰਮੈਂਸ ਅਪਰੇਜ਼ਲ ਰਿਪੋਰਟ, ਜਿਹਨੂੰ ਪਹਿਲਾਂ ECR ਕਹਿੰਦੇ ਸੀ, ਹੁਣ ਪਰਫਾਰਮੈਂਸ ਅਪਰੇਜ਼ਲ ਰਿਪੋਰਟ ਹੁੰਦੀ, ਨਾ ਅਸੀਂ ਉਹਦੇ ਉੱਤੇ ਰਿਕਾਰਡ ਤੇ ਆਉਣ ਦਈਏ। ਤੇ ਅਸੀਂ ਤਾਂ ਇੱਕ ਦੂਜੇ ਨੂੰ ਬਚਾਉਣਾ, ਕਿਉਂਕਿ ਜੇ ਇੱਕ ਜਾਣਾ ਫਸ ਗਿਆ ਉਹ ਕੱਲ ਦੂਜਾ ਫਸ ਸਕਦਾ। ਤੁਸੀਂ ਫਾਰਮ ਹਾਊਸ ਦਾ ਵੀ ਜ਼ਿਕਰ ਕੀਤਾ, ਫਾਰਮ ਹਾਊਸ ਦਾ ਕੀ ਸੰਬੰਧ ਦਾ ਪਰਮਰਾਜ ਉਂਗਲ ਨਾਲ? ਫਾਰਮ ਹਾਊਸ ਦਾ ਨਹੀਂ ਜੀ, ਇਹ ਰਾਜਾ ਕੰਡੋਲਾ ਨਾਂ ਦਾ ਇੱਕ ਬੰਦਾ ਸੀ ਜਿਹਦੇ ਉੱਤੇ ਡਰੱਗਸ ਨੂੰ ਲੈ ਕੇ ਬੜੇ ਸੀਰੀਅਸ ਕੇਸਿਸ ਸੀ। ਸੋ ਉਹਨੇ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ 29 ਜੁਲਾਈ 2013 ਦੀ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਸੀ ਕਿ ਪਰਮਰਾਜ ਉਮਰਾ ਨੰਗਲ, ਉਹ ਬੜੀ ਇੰਟਰਸਟਿੰਗ ਸਟੇਟਮੈਂਟ ਹੈ ਕਿਉਂਕਿ ਵੇਖੋ ਮੈਂ ਕੋਈ ਗੱਲ ਕਹਿਣਾ, ਤੁਹਾਡੇ ਦਰਸ਼ਕ ਵੀ ਜਾਣਦੇ ਆ, ਅੱਜ ਦੇ ਮੋਬਾਈਲ ਦੇ ਜ਼ਮਾਨੇ 'ਚ ਸਾਨੂੰ ਯਾਦ ਨਹੀਂ ਕਿਸੇ ਦੇ ਵੀ ਨੰਬਰ ਰਹਿੰਦੇ ਅਨਲੈਸ ਉਹ ਕੋਈ ਸਾਡੇ ਬਹੁਤ ਕਲੋਜ਼ ਹੋਵੇ। ਸੋ ਈਡੀ ਕੋਲ ਜਦੋਂ ਰਾਜਾ ਕੰਡੋਲਾ ਦਾ ਕੇਸ ਚੱਲ ਰਿਹਾ ਸੀ, ਉਹਨਾਂ ਨੇ ਇੰਟਰੋਗੇਸ਼ਨ ਦੇ ਦੌਰਾਨ ਉਹਨੂੰ ਕਈ ਸਾਰੇ ਨੰਬਰਸ ਦਿੱਤੇ, ਤਾਂ ਜਿਹੜਾ ਪੰਜਵਾਂ ਨੰਬਰ ਸੀ, ਪੰਜਵਾਂ ਨੰਬਰ, ਉਹਦੇ ਉੱਤੇ ਉਹਨੇ ਹੱਥ ਨਾਲ ਲਿਖਿਆ ਹੈ ਕਿ ਇਹ ਨੰਬਰ ਪਰਮਰਾਜ ਉਮਰਾ ਨੰਗਲ ਦਾ ਨੰਬਰ ਹੈ, ਜਿਹੜਾ DIG ਸੀ ਉਸ ਵੇਲੇ ਔਰ ਉਹਦਾ ਕਰੀਬੀ ਫਰੈਂਡ। ਉਹਨੇ ਵਰਡ ਯੂਜ਼ ਕੀਤਾ, ਮੈਂ ਸਟੇਟਮੈਂਟ ਪੜ੍ਹ ਦਿੰਦਾ। This mobile number belongs to Sir Paramraj Singh Umra Nangal IPS, DIG Punjab Police, is my friend and used to come to my farmhouse to meet me. I will try to recollect to whom the other numbers mentioned above belong and give my further statement. ਹੁਣ ਦੂਜੇ ਨੰਬਰ ਨਹੀਂ ਪਛਾਣੇ, ਉਮਰਾ ਨੰਗਲ ਦਾ ਉਹਨੇ ਨੰਬਰ ਪਛਾਣਤਾ। ਮੈਨੂੰ ਦੱਸੋ, ਇਸ ਤੋਂ ਉੱਤੇ ਜਦੋਂ ਵੀ ਕੋਈ ਕਿਸੇ ਦਾ ਨਾਂ ਲੈ ਜਾਂਦਾ ਡਰੱਗ ਕੇਸ ਦੇ ਵਿੱਚ, ਤੇ ਕੀ ਪੰਜਾਬ ਪੁਲਿਸ ਨਾਲ ਦੀ ਨਾਲੋਂ ਬੰਦਾ ਨਹੀਂ ਚੁੱਕਦੀ? ਕਿਉਂਕਿ ਇੱਥੇ ਉਮਰਾ ਨੰਗਲ ਸੀ, ਸੀਨੀਅਰ ਅਫਸਰ ਸੀ, ਉਹਨੂੰ ਤਾਂ ਬਚਾਉਣਾ ਜ਼ਰੂਰੀ ਸੀ। ਸੋ ਪਰਚਾ ਵੀ ਨਹੀਂ ਕੀਤਾ, ਉਹਦੇ ਖਿਲਾਫ ਕਾਰਵਾਈ ਵੀ ਨਹੀਂ ਕੀਤੀ। ਹੁਣ ਇਹ ਸਟੇਟਮੈਂਟ ਦੇ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਸਟੇਟਮੈਂਟ ਹੈ, ਇਹਦੇ ਉੱਤੇ ਆ ਕ੍ਰਾਸ ਐਗਜ਼ਾਮੀਨੇਸ਼ਨ ਹੈ ਮਿਸਟਰ ਨਿਰੰਜਨ ਸਿੰਘ ਦਾ, ਜਿਹਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਹੈ ਕਿ ਪਰਮਰਾਜ ਸਿੰਘ ਉਮਰਾ ਨੰਗਲ ਦਾ ਨਾਂ ਲਿਆ ਰਾਜਾ ਕੰਡੋਲਾ ਨੇ, ਔਰ ਰਾਜਾ ਕੰਡੋਲਾ ਦੀ ਸਟੇਟਮੈਂਟ ਦੇ ਉੱਤੇ ਪਰਮਰਾਜ ਉਮਰਾ ਨੰਗਲ ਨੂੰ ਸਮਨ ਵੀ ਕੀਤਾ ਗਿਆ। ਉਮਰਾ ਨੰਗਲ ਤੋਂ ਇਹ ਵੀ ਪੁੱਛਿਆ ਗਿਆ ਕਿ ਆਪਣੀ US ਦੀ ਪ੍ਰਾਪਰਟੀਜ਼ ਦੀ ਡਿਟੇਲਸ ਦੇ ਜੋ ਉਹਨੇ ਦਿੱਤੀਆਂ ਨਹੀਂ, ਔਰ ਇਹ ਵੀ ਮੈਂਸ਼ਨਡ ਹੈ ਕਿ ਉਸ ਵੇਲੇ DGP ਸੈਣੀ ਸੀ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਇੰਨਾ ਕੁਝ ਰਿਕਾਰਡ ਤੇ ਆ ਗਿਆ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਉਦੋਂ ਅਸਿਸਟੈਂਟ ਬਾਅਦ ਡਿਪਟੀ ਡਾਇਰੈਕਟਰ ਮਿਸਟਰ ਨਿਰੰਜਨ ਸਿੰਘ ਨੇ ਵੀ ਆ ਗੱਲ ਕਹਿਤੀ ਕਿ ਉਹਨਾਂ ਨੇ ਤਫਤੀਸ਼ ਲਈ ਇਹਨੂੰ ਬੁਲਾਇਆ, ਅਜੇ ਵੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਪਤਾ ਨਹੀਂ ਲੱਗਿਆ। ਅਜੇ ਤੱਕ ਉਹਨਾਂ ਨੂੰ ਇਹ ਨਹੀਂ ਸਮਝ ਆਈ ਕਿ ਉਮਰਾ ਨੰਗਲ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਕਿ ਨਹੀਂ। ਇਸ ਤੋਂ ਜ਼ਿਆਦਾ ਉਮਰਾ ਨੰਗਲ ਨੂੰ ਬਚਾਉਣ ਦੀ ਜਾਂ ਡਰੱਗਸ ਦੇ ਵਿੱਚ ਇਨਵੋਲਵਡ ਆਫੀਸਰਸ ਨੂੰ ਬਚਾਉਣ ਦੀ ਕਿੰਨੀ ਸਿੰਸੀਅਰ ਐਫਰਟ ਤੁਸੀਂ ਦੇਖਣੀ ਚਾਹੁੰਦੇ ਹੋ? ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ, ਫਿਰ ਤਾਂ ਹੋਰ ਵੀ ਪੁਲਿਸ ਅਫਸਰ ਵਿੱਚ ਫਸਣਗੇ ਜਦੋਂ ਕੇਸ ਚੱਲੇਗਾ। ਸਰ ਵੇਖੋ, ਕਾਨੂੰਨੀ ਕਾਰਵਾਈ ਤਾਂ ਸ਼ੁਰੂ ਹੀ FIR ਦੀ ਰਜਿਸਟ੍ਰੇਸ਼ਨ ਤੋਂ ਹੁੰਦੀ ਹੈ। ਜੇ ਇੱਕ ਬੜਾ ਕਲੀਅਰ ਲਾਅ ਹੈ ਕਿ ਜਦੋਂ ਕੋਗਨੀਜ਼ੇਬਲ ਆਫੈਂਸ ਰਿਪੋਰਟ ਹੋ ਜਾਂਦਾ ਹੈ, ਉਦੋਂ ਸਭ ਤੋਂ ਪਹਿਲਾਂ ਇੱਕ ਪਰਚਾ ਹੋਣਾ ਹੁੰਦਾ ਹੈ, FIR ਰਜਿਸਟਰ ਕਰਕੇ ਫਿਰ ਪ੍ਰੋਸੀਡ ਕੀਤਾ ਜਾਂਦਾ ਹੈ। ਹੁਣ ਆ ਇੱਕ ਕੇਸ ਹੈ ਜਿੱਥੇ FIR ਰਜਿਸਟ੍ਰੇਸ਼ਨ ਦੀ ਜਗ੍ਹਾ ਇਨਕੁਆਇਰੀ ਵੀ ਨਹੀਂ ਕੀਤੀ ਜਾ ਰਹੀ, ਔਰ ਇਹ ਪਹਿਲੀ ਵਾਰੀ ਨਹੀਂ ਹੈ ਉਮਰਾ ਨੰਗਲ ਦਾ ਨਾਂ ਆਇਆ। ਇੱਕ ਹੋਰ ਡਰੱਗ ਕੇਸ ਸੀ, ਮੇਰੇ ਖਿਆਲ ਕਿਸੇ ਸਰਪੰਚ ਦੇ ਰਿਲੇਟਡ, ਰਾਣੋ ਪਿੰਡ ਤੋਂ ਜਾਂ ਕਿੱਥੋਂ, ਉਹਦੇ ਵਿੱਚ ਵੀ ਉਮਰਾ ਨੰਗਲ ਦਾ ਨਾਂ ਆਇਆ ਔਰ ਇਹਨੂੰ ਸਸਪੈਂਡ ਕਰਨ ਦੇ ਲਈ ਸਰਕਾਰ ਨੇ ਆਰਡਰਸ ਕੀਤੇ। ਹੁਣ ਮੈਨੂੰ ਦੱਸੋ, ਉਹਨੂੰ ਕਿਸੇ ਕੇਸ 'ਚ ਅਕਿਊਜ਼ ਬਣਾਇਆ, ਫਿਰ ਉਹਨੂੰ ਸਸਪੈਂਡ ਕਿਉਂ ਕੀਤਾ? ਇੱਥੇ ਅੱਜ ਤੱਕ ਉਹਦੇ ਖਿਲਾਫ ਪਰਚਾ ਵੀ ਨਹੀਂ ਹੋਇਆ, ਔਰ ਇਹ ਇਕੱਲਾ NDPS ਦਾ ਨਹੀਂ ਬਣਦਾ, ਕਰਪਸ਼ਨ ਦਾ ਵੀ ਨਾਲ ਕੇਸ ਬਣਦਾ ਹੈ, ਪੂਰੇ ਤੇ 2 ਪਰਚੇ ਹੁੰਦੇ ਆ। ਫਿਰ ਉਸ ਤੋਂ ਬਾਅਦ ਉਮਰਾ ਨੰਗਲ ਦੇ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਤਫਤੀਸ਼ ਅੱਡ ਬਣਦੀ ਹੈ। ਇੰਨੇ ਸਾਰੇ ਆਫੈਂਸਸ, ਕਿੰਨਾ ਸੌਖਾ ਹੈ, ਤੁਸੀਂ ਸ਼ੁਰੂਆਤ ਹੀ ਨਾ ਹੋਣ ਦਿਓ ਤਫਤੀਸ਼ ਦੀ, ਪਰਚਾ ਹੀ ਨਾ ਕੱਟੋ, ਉਹਨੂੰ ਬਚਾਓ। ਹੁਣ ਜਿਹੜੀ ਆ SIT ਸੀ ਜਿਹਦਾ ਮੈਂ ਨਾਂ ਲਿਆ ਹੈ, ਮਿਸਟਰ ਇਕਬਾਲਪ੍ਰੀਤ ਸਹੋਤਾ, ਬਲਕਾਰ ਸਿੱਧੂ ਐਂਡ RK ਜੈਸਵਾਲ, ਬਲਕਾਰ ਸਿੱਧੂ ਔਰ RK ਜੈਸਵਾਲ ਤਾਂ ਆਪ STF ਦੇ ਵਿੱਚ ਰਹੇ ਹੈ, ਉਹ ਕਿਵੇਂ ਕਹਿ ਸਕਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ? ਲੈਟ them come on record and say ਕਿ ਸਾਨੂੰ ਇੰਨੇ ਸਾਲ ਕਦੇ ਪਤਾ ਹੀ ਨਹੀਂ ਲੱਗਿਆ ਕਿ ਉਮਰਾ ਨੰਗਲ ਦਾ ਰਾਜਾ ਕੰਡੋਲਾ ਨੇ ਕਦੇ ਨਾਂ ਲਿਆ। ਨਹੀਂ ਪਤਾ ਲੱਗਿਆ ਨਾ, ਮੈਂ ਅੱਜ ਤਾਂ ਦੱਸ ਰਿਹਾ TV ਤੇ, ਕਈ ਇੰਟਰਵਿਊਜ਼ ਪਹਿਲਾਂ ਵੀ ਦੱਸਿਆ। ਅੱਜ ਪਰਚਾ ਕਰੋ। ਆ SIT ਕੋਲ ਐਕਨੋਲੇਜਮੈਂਟ ਹੈ ਕਿ ਮੈਂ ਆ ਕੰਪਲੇਂਟ ਦਿੱਤੀ ਸੀ, ਆ ਰਿਸੀਵਿੰਗ ਹੈ, ਅਜੇ ਤੱਕ ਕੁਝ ਨਹੀਂ ਹੋਇਆ, ਪਰਚਾ ਵੀ ਨਹੀਂ ਦਰਜ ਹੋਇਆ। ਕਦੋਂ ਪਰਚਾ ਹੋਣਾ ਹੈ, ਕਦੋਂ ਕੀ ਕਾਰਵਾਈ ਹੋਣੀ ਹੈ, ਤੁਸੀਂ ਇਹ ਦੇਖੋ। 9 ਸਾਲ ਬੀਤ ਚੱਲੇ ਆ ਸਟੇਟਮੈਂਟ ਨੂੰ ਵੀ।
ਹੁਣ ਅਗਲੀ ਸੁਣਵਾਈ ਕਦੋਂ ਹੋਣ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ? 18 ਜੁਲਾਈ ਨੂੰ ਜੀ ਅਗਲੀ ਸੁਣਵਾਈ ਹੈ ਇਸ ਕੇਸ ਦੀ। ਪਰਿਵਾਰ ਦੇ ਨਾਲ ਵੀ ਤੁਸੀਂ ਨੇ ਗੱਲਬਾਤ ਕੀਤੀ ਹੋਣੀ ਆ, ਪਰਿਵਾਰ ਵੀ ਲੰਮਾ ਸਮਾਂ ਹੋ ਗਿਆ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਖਾ ਰਿਹਾ। ਦੇਖੋ, ਪਰਿਵਾਰ ਨਾਲ ਤਾਂ ਧੱਕਾ ਹੋਇਆ ਹੈ ਔਰ ਬਹੁਤ ਜ਼ਿਆਦਾ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹ ਗੱਲ ਇਹ ਹੁੰਦੀ ਹੈ ਕਿ ਫਿਰ ਅਖੀਰ ਦੇ ਵਿੱਚ ਹਰ ਬੰਦੇ ਨੂੰ ਰੱਬ ਦੇ ਵਿੱਚ ਹੀ ਵਿਸ਼ਵਾਸ ਰੱਖਣਾ ਹੁੰਦਾ ਹੈ। ਹਰ ਇਨਸਾਨ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖਦਿਆਂ ਹੋਇਆਂ ਇੱਕ ਲੜਾਈ ਲੜਨ ਦੀ ਕੋਸ਼ਿਸ਼ ਕਰਦਾ ਹੈ। ਉਹੀ ਚੀਜ਼ ਇਸ ਪਰਿਵਾਰ ਨੇ ਕੀਤੀ। ਸੋ ਫਾਈਨਲੀ ਠੀਕ ਹੈ, ਲੜਾਈ ਚੱਲ ਰਹੀ ਹੈ, ਰੱਬ ਦੇ ਵਿੱਚ ਵਿਸ਼ਵਾਸ ਬਰਕਰਾਰ ਰੱਖਦਿਆਂ ਹੋਇਆਂ ਉਹ ਪਰਿਵਾਰ ਅੱਗੇ ਆਇਆ, ਲੜਿਆ, ਔਰ ਮੈਂ ਤਾਂ ਉਹਨਾਂ ਦੀ ਹਿੰਮਤ ਦੀ ਤਾਰੀਫ ਦੀ ਦਾਤ ਦਿੰਦਾ, ਉਹਨਾਂ ਦੀ ਤਾਰੀਫਾਂ ਕਰਦਾ ਇਸੇ ਕਰਕੇ ਬਿਕੋਜ਼ ਉਹਨਾਂ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕੀਤਾ ਹੈ ਔਰ ਇਹ ਦਿਖਾਇਆ ਹੈ ਕਿ ਜੀ ਜੇ ਸਾਡਾ ਕੋਈ ਜੀ ਮਰਿਆ ਹੈ ਤੇ ਅਸੀਂ ਕੋਈ ਪੈਸੇ ਲੈ ਕੇ ਇਸ ਚੀਜ਼ ਨੂੰ ਸੈਟਲ ਨਹੀਂ ਕਰਾਂਗੇ, ਅਸੀਂ ਤਾਂ ਇਨਸਾਫ ਲਈ ਲੜਨਾ ਹੈ। ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇਸ ਪਰਿਵਾਰ ਨੇ। ਮੈਂ ਤਾਂ ਹੋਰ ਵੀ ਪਰਿਵਾਰਾਂ ਨੂੰ ਕਹਿਣਾ, ਜੇ ਤੁਹਾਡੇ ਨਾਲ ਧੱਕਾ ਹੋਇਆ ਅੱਗੇ ਆਓ, ਕਿਉਂਕਿ ਪੁਲਿਸ ਨੂੰ ਤੁਹਾਡੀ ਸੁਰੱਖਿਆ ਲਈ ਕ੍ਰੀਏਟ ਕੀਤਾ ਗਿਆ ਹੈ, ਤੁਹਾਡੇ ਤੇ ਅਤਿਆਚਾਰ ਕਰਨ ਲਈ ਨਹੀਂ। ਔਰ ਜੇ ਪੁਲਿਸ ਵਾਲੇ ਗਲਤ ਹੈ ਤੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਲੜਾਈ ਪਬਲਿਕ ਨੂੰ ਲੜਨੀ ਬਹੁਤ ਜ਼ਰੂਰੀ ਹੈ ਔਰ ਜਦੋਂ ਤੱਕ ਤੁਸੀਂ ਆਪ ਅੱਗੇ ਨਹੀਂ ਆਉਂਦੇ ਕੋਈ ਵਕੀਲ ਕੁਝ ਨਹੀਂ ਕਰ ਸਕਦਾ। ਧੰਨਵਾਦ, ਸ਼ੁਕਰੀਆ। ਇਹ ਸਨ ਸੀਨੀਅਰ ਵਕੀਲ ਪ੍ਰਦੀਪ ਸਿੰਘ ਵਿਰਕ, ਜਿਨ੍ਹਾਂ ਨੇ ਇੱਕ ਹੁਣ ਕੇਸ ਸਾਹਮਣੇ ਲਿਆਂਦਾ ਹੈ। ਪਰਿਵਾਰ ਦੀ ਲੜਾਈ ਲੜ ਰਹੇ, ਲੰਮਾ ਸਮਾਂ ਹੋ ਗਿਆ ਪਰਿਵਾਰ ਦਰ ਦੀਆਂ ਠੋਕਰਾਂ ਖਾ ਰਿਹਾ ਇਨਸਾਫ ਲੈਣ ਦੇ ਲਈ। ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੈ। ਪਰਮਰਾਜ ਉਮਰਾ ਰੰਗਲ ਦੇ ਖਿਲਾਫ ਗੁਰਨਾਮ ਸਿੰਘ ਬੰਡਾਲਾ ਦਾ ਝੂਠਾ ਐਨਕਾਊਂਟਰ ਕੀਤਾ ਤੇ ਸੁਖਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਦੇਖਣਾ ਹੋਵੇਗਾ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ। ਹਾਈ ਕੋਰਟ ਦੇ ਵਿੱਚ ਫੈਸਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਸੁਣਵਾਈ ਹੁੰਦੀ ਆ, ਪੁਲਿਸ ਅਫਸਰ ਪਰਮਰਾਜ ਉਮਰਾ ਨੰਗਲ ਤੇ ਆਖਰਕਾਰ ਕਦੋਂ FIR ਦਰਜ ਹੋਵੇਗੀ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਪੂੜੇ, D5 ਚੈਨਲ ਪੰਜਾਬੀ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।